यूपी ਦੇ ਵਿੱਚ ਕਈ ਦਿਨ ਪਹਿਲਾਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਤੇ ਗੱਡੀ ਚਾੜੀ ਗਈ ਸੀ, ਜਿਸ ਦੇ ਵਿੱਚ ਕਈ ਕਿਸਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦੀ ਅੱਜ ਕਿਸਾਨਾਂ ਵੱਲੋਂ ਅੰਤਿਮ ਅਰਦਾਸ ਕੀਤੀ ਗਈ ਹੈ। ਪੂਰੇ ਦੇਸ਼ ਭਰ ਦੇ ਵਿੱਚ ਲੋਕਾਂ ਵੱਲੋਂ ਵੀ ਉਹਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਤੇ ਅੰਤਿਮ ਅਰਦਾਸ ਕੀਤੀ ਗਈ ਹੈ। ਤੇ ਉੱਥੇ ਯੂਪੀ ਦੇ ਵਿੱਚ ਵੀ ਜਿਹੜਾ ਕਿਸਾਨਾਂ ਦਾ ਵੱਡਾ ਕਾਫਲਾ ਪਹੁੰਚਿਆ। ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਅੰਦਰ ਹੈ ਜੀ। ਪਹਿਲਾਂ ਜੇਲ੍ਹ 'ਚ ਭੇਜਤਾ ਸੀ, ਡਰਾਮੇਬਾਜ਼ੀ ਬੜੀਆਂ ਕੀਤੀਆਂ ਨੇ ਕਿਉਂਕਿ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਹੈ ਜੀ। ਤੇ ਹੁਣ ਉਹਦਾ ਰਿਮਾਂਡ ਦੇਤਾ। ਰਿਮਾਂਡ ਵੀ ਅਜੀਬੋ-ਗਰੀਬ ਦਿੱਤਾ ਵੀ ਉਹਨੂੰ ਕੁਝ ਕਹਿ ਨਹੀਂ ਸਕਦਾ। ਜਦੋਂ ਵਕੀਲ ਲਾਲ ਬੈਠੇਗਾ ਪੁੱਛ ਗਿੱਛ ਕਰਨੀ ਹੈ, ਨਾ ਹੀ ਕਰੋ। ਅੱਜ ਉੱਥੇ ਫੇਰ ਰਕੇਸ਼ ਟਕੈਤ, ਰਾਜੇਵਾਲ ਸਾਹਿਬ ਤੇ ਹੋਰਨਾਂ ਨੇ ਦੁਬਾਰਾ ਐਲਾਨ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਪ੍ਰੋਗਰਾਮ ਨੇ 15 ਅਕਤੂਬਰ 23 ਦੇ ਵਿੱਚ ਉਹਨਾਂ ਨੇ ਛੋਟ ਦਿੱਤੀ ਹੈ ਕਿ ਅਸੀਂ ਦੁਸਹਿਰੇ ਵਾਲੇ ਦਿਨ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕਾਂਗੇ। ਨਾਲ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਮੰਤਰੀ ਦਾ ਅਸਤੀਫਾ ਨਹੀਂ ਆਉਂਦਾ ਜਾਂ ਉਹਨੂੰ ਬਰਖਾਸਤ ਨਹੀਂ ਕੀਤਾ ਜਾਂਦਾ ਤਾਂ ਸੰਘਰਸ਼ ਇਸੇ ਤਰ੍ਹਾਂ ਹੋਰ ਵੱਡੀ ਪੱਧਰ ਦੇ ਉੱਤੇ ਜਾਰੀ ਹੋਵੇਗਾ। ਰਕੇਸ਼ ਟਕੈਤ ਨੇ ਉੱਥੇ ਇੱਕ ਬਿਆਨ ਦਿੱਤਾ ਕਿ ਜਿਹੜਾ ਮੰਤਰੀ ਦੇ ਪੁੱਤਰ ਦਾ ਰਿਮਾਂਡ ਲਿਆ ਗਿਆ ਹੈ, ਇਹ ਉਹ ਪੁਲਿਸ ਰਿਮਾਂਡ ਨਹੀਂ ਜਿਹੜਾ ਆਮ ਲੋਕਾਂ ਲਈ ਹੁੰਦਾ, ਇਹ ਗੁਲਦਸਤਾ ਰਿਮਾਂਡ। ਉਹਦਾ ਰਿਮਾਂਡ ਲਿਆ ਗਿਆ। ਉਹ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਹੈ ਕਿ ਉਹਨੂੰ ਹੱਥ ਨਹੀਂ ਲਾਉਣਾ, ਉਹਨੂੰ ਕਹਿਣਾ ਕਿ ਸ਼੍ਰੀਮਾਨ ਜੀ ਤੁਸੀਂ ਉੱਥੇ ਗਏ ਸੀ, ਜੇ ਨਹੀਂ ਗਏ ਸੀ ਤਾਂ ਵੀ ਕੋਈ ਨਹੀਂ। ਉਸ ਖੇਤਰ ਦੇ 80 ਪਿੰਡਾਂ ਦੇ ਵਿੱਚ ਲਿਖ ਕੇ ਲਾਤਾ ਪਿੰਡ ਵਾਸੀਆਂ ਨੇ ਕਿ ਬੀਜੇਪੀ ਜਾਂ ਜੇਜੇਪੀ ਦਾ ਕੋਈ ਵੀ ਸੱਜਣ ਇੱਥੇ ਪਿੰਡ 'ਚ ਨਾ ਬਣੇ ਜੀ। ਸੋ ਜੇ ਆਏਗਾ ਤਾਂ ਆਪਣੀ ਜਾਨ ਤਲੀ ਤੇ ਰੱਖ ਕੇ ਆਵੇ। ਕਿਸਾਨਾਂ ਦੇ ਅੰਦੋਲਨ ਤੋਂ ਭਟਕਾਉਣ ਵਾਸਤੇ ਕੇਂਦਰ ਸਰਕਾਰ ਵਾਲੇ ਕਈ ਕੁਝ ਹੱਥਕੰਡੇ ਵਰਤਾ ਰਹੇ ਨੇ ਜੀ। ਮੌਜੂਦਾ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਆਪਦੇ ਹੱਥ ਪੈਰ ਮਾਰ ਰਹੀ ਹੈ। ਇਹਦਾ ਜਿਹੜਾ ਦੋਸ਼ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਜਾਂਦਾ। ਇਸ ਵੇਲੇ ਕੋਲਾ ਸੰਕਟ ਪੂਰੇ ਹਿੰਦੁਸਤਾਨ 'ਚ ਪਾਤਾ। ਸਾਡੇ ਤਾਂ 5 ਤਾਪਬੀਲੀ ਘਰ ਨੇ ਪੰਜਾਬ ਦੇ, 2 ਸਰਕਾਰੀ ਰਹਿ ਗਏ, 1 ਦਾ ਭੋਗ ਪਾਤਾ ਇਹਨਾਂ ਨੇ। ਸੋ ਰਾਜਨੀਤੀ ਦੇ ਵਿੱਚ ਸਾਰਾ ਕੁਝ ਕੀਤਾ ਜਾ ਰਿਹਾ ਹੈ। ਜੇ ਅੱਜ ਉਹ ਤਾਂ ਪਰਮਾਣੂ ਬਿਜਲੀ ਘਰ ਚੱਲਦਾ ਹੁੰਦਾ 1000 ਮੈਗਾਵਾਟ ਦਾ, ਅਸਥਿਤੀ ਨਹੀਂ ਸੀ। ਗੱਲ ਕੀਤੀ ਜਾਵੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ, ਤਾਂ ਉਹਨਾਂ ਵੱਲੋਂ ਲਗਾਤਾਰ ਜਿਹੜੇ ਸਖਤ ਐਕਸ਼ਨ ਲਏ ਜਾ ਰਹੇ ਨੇ, ਜਿਸ ਦੇ ਚੱਲਦੇ ਹੁਣ ਉਹਨਾਂ ਨੇ ਨਿੱਜੀ ਘਰਾਂ ਦੀਆਂ ਜਿਹੜੀਆਂ ਕਈ ਬੱਸਾਂ ਹੋਰ ਫੜੀਆਂ ਨੇ। ਉਸ ਬੰਦੇ ਨੇ ਇਹ ਸਾਰੀਆਂ ਜਿਹੜੀਆਂ ਬਿਨਾਂ ਟੈਕਸ ਤੋਂ ਇੱਕ ਨੰਬਰ ਦੇ 4 ਬੱਸਾਂ ਚੱਲਣ ਜੀ। ਤਾਂ ਫਿਰ ਜਿਹੜੇ ਮਿਲ ਕੇ ਖੇਡਦੇ ਸੀ ਉਹ ਤਾਂ ਜੱਗ ਜ਼ਾਹਰ ਹੋ ਗਈ ਨਾ ਗੱਲ। ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਦੋਸ਼ ਲਾਉਂਦਾ ਸੀ ਕਿ ਮਿਲ ਕੇ ਖੇਡਦੇ ਨੇ 75-25 ਖੇਡਦੇ ਨੇ, ਇਹਦਾ ਤਾਂ ਮਤਲਬ 75-25 ਤੋਂ ਵੱਧ ਹੋ ਗਿਆ ਜੀ। 4 ਸਾਲ ਦੇ 4.5 ਸਾਲ 'ਚ ਦੇਖੋ ਤੇ 10 ਸਾਲ ਪੁਰਾਣਿਆਂ ਦੇ 14.5 ਸਾਲਾਂ ਦੇ ਵਿੱਚ ਕਿੱਡਾ ਵੱਡਾ ਚੂਨਾ ਪੰਜਾਬ ਨੂੰ ਲੱਗਿਆ ਹੈ। ਜੇ ਇੱਕ ਹਫ਼ਤੇ ਦੇ ਵਿੱਚ ਪੰਜਾਬ ਦੇ ਖਜ਼ਾਨੇ ਦੇ ਵਿੱਚ ਕਰੋੜ ਰੁਪਏ ਤੋਂ ਵੱਧ ਆ ਗਿਆ ਤਾਂ 365 ਦਿਨਾਂ 'ਚ ਸੋਚੋ ਕਿੰਨਾ ਆਵੇਗਾ। ਦਾ ਕਸ਼ਮੀਰ ਦੇ ਵਿੱਚ ਅੱਤਵਾਦੀ ਹਮਲਾ ਹੁੰਦਾ, ਜਿਸ ਦੇ ਵਿੱਚ 5 ਜਵਾਨ ਨੇ ਜਿਹੜੇ ਉਹ ਸ਼ਹੀਦ ਹੋ ਜਾਂਦੇ ਨੇ, ਜਿਸ ਦੇ ਵਿੱਚ ਜਿਹੜੇ 3 ਨੇ ਉਹ ਪੰਜਾਬ ਦੇ ਦੱਸੇ ਜਾ ਰਹੇ ਨੇ। ਲੋਕਾਂ ਦੇ ਗਲੇ 'ਚੋਂ ਇਹ ਗੱਲ ਥੱਲੇ ਨਹੀਂ ਉਤਰ ਰਹੀ। ਲੋਕ ਇਹ ਕਹਿ ਰਹੇ ਨੇ ਵੀ ਕਿਤੇ ਕਿਸਾਨੀ ਅੰਦੋਲਨ ਨੂੰ ਧਿਆਨ ਭਟਕਣ ਵਾਸਤੇ ਤਾਂ ਨਹੀਂ ਕੋਈ ਸਾਜ਼ਿਸ਼ ਘੜੀ ਜਾ ਰਹੀ। ਇਹ ਸ਼ਹਾਦਤ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਬਿਆਨ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹੀ ਹੋਇਆ ਜਿਸ ਦਾ ਮੈਨੂੰ ਡਰ ਸੀਗਾ ਜੀ। ਉਹ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਅੱਜ ਕੱਲ੍ਹ ਲੋਕ ਕੋਈ ਬਾਹਲਾ ਸੀਰੀਅਸ ਨਹੀਂ ਲੈਂਦੇ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ 'ਤੇ ਚਰਚਾ ਕਰਦੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਓ ਉਹਨਾਂ ਦਾ ਸਵਾਗਤ ਕਰ ਲਈਏ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪੰਗੂ ਸਾਹਿਬ, ਠੀਕ ਹੋ? ਵਧੀਆ ਜੀ ਵਧੀਆ। ਜੇਕਰ ਗੱਲ ਕੀਤੀ ਜਾਵੇ ਯੂਪੀ ਦੇ ਵਿੱਚ ਕਈ ਦਿਨ ਪਹਿਲਾਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਉੱਤੇ ਗੱਡੀ ਚਾੜੀ ਗਈ ਸੀ, ਜਿਸ ਦੇ ਵਿੱਚ ਕਈ ਕਿਸਾਨ ਸ਼ਹੀਦ ਹੋ ਗਏ ਸਨ, ਜਿਨ੍ਹਾਂ ਦੀ ਅੱਜ ਕਿਸਾਨਾਂ ਵੱਲੋਂ ਅੰਤਿਮ ਅਰਦਾਸ ਕੀਤੀ ਗਈ ਹੈ। ਪੂਰੇ ਦੇਸ਼ ਭਰ ਦੇ ਵਿੱਚ ਲੋਕਾਂ ਵੱਲੋਂ ਵੀ ਉਹਨਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਤੇ ਅੰਤਿਮ ਅਰਦਾਸ ਕੀਤੀ ਗਈ ਹੈ। ਤੇ ਉੱਥੇ ਯੂਪੀ ਦੇ ਵਿੱਚ ਵੀ ਜਿਹੜਾ ਕਿਸਾਨਾਂ ਦਾ ਵੱਡਾ ਕਾਫਲਾ ਪਹੁੰਚਿਆ ਜੀ। ਇਹ ਘਟਨਾ
ਲਖੀਮਪੁਰ ਖੇੜੀ ਦੀ ਹੈ, ਜੀ ਕਈ ਉਹਨੂੰ ਖੇਰੀ ਕਹਿ ਜਾਂਦੇ ਨੇ। ਤੇ ਉੱਥੇ ਜਿਹੜਾ ਸੀਗਾ 3 ਅਕਤੂਬਰ ਵਾਲੇ ਦਿਨ ਜਿਹੜੇ ਕਿਸਾਨ ਅੰਦੋਲਨ ਕਰਕੇ ਵਾਪਸ ਜਾ ਰਹੇ ਸਨ, ਪਿੱਛੇ ਤੋਂ ਲਿਆ ਕੇ ਉਹਨਾਂ ਦੇ ਉੱਤੇ ਗੱਡੀਆਂ ਚੜ੍ਹੀਆਂ ਗਈਆਂ, ਘਿਨਾਉਣੀ ਹਰਕਤ ਕੀਤੀ ਗਈ, ਜਿਹਦੇ ਦੋਸ਼ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਪੁੱਤਰ ਆਸ਼ੀਸ਼ ਮਿਸ਼ਰਾ ਅੰਦਰ ਹੈ। ਜੀ ਪਹਿਲਾਂ ਜੇਲ੍ਹ 'ਚ ਭੇਜਤਾ ਸੀ, ਡਰਾਮੇਬਾਜ਼ੀ ਬੜੀਆਂ ਕੀਤੀਆਂ ਨੇ, ਕਿਉਂਕਿ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਹੈ। ਜੀ ਤੇ ਹੁਣ ਉਹਦਾ ਰਿਮਾਂਡ ਦੇਤਾ। ਰਿਮਾਂਡ ਵੀ ਅਜੀਬੋ ਗਰੀਬ ਦਿੱਤਾ, ਵੀ ਉਹਨੂੰ ਕੁਝ ਕਹਿ ਨਹੀਂ ਸਕਦਾ, ਜਦੋਂ ਵਕੀਲ ਲਾਲ ਬੈਠੇਗਾ ਪੁੱਛ ਗਿੱਛ ਕਰਨੀ ਹੈ ਨਾ ਹੀ ਕਰਾਓ। ਇੱਕ ਬੁੱਤਾ ਸਾਰਿਆ ਜਾ ਰਿਹਾ, ਕਿਉਂਕਿ ਮਾਣਯੋਗ ਸਰਵਉੱਚ ਅਦਾਲਤ ਸੁਪਰੀਮ ਕੋਰਟ ਇਸ ਮਾਮਲੇ 'ਚ ਸੁਣਵਾਈ ਕਰ ਰਿਹਾ। 18 ਅਕਤੂਬਰ ਨੂੰ ਦੁਬਾਰਾ ਉੱਥੇ ਜਾ ਕੇ ਇਹਨਾਂ ਨੇ ਆਪਣੀ ਸਟੇਟਸ ਰਿਪੋਰਟ ਦੇਣੀ ਹੈ। ਜੀ ਸਾਜ਼ਿਸ਼ਕਰਤਾ ਦੇ ਵਿੱਚ ਮੰਤਰੀ ਦਾ ਨਾਮ ਵੀ ਹੈਗਾ 120 ਵੀ ਤਹਿਤ ਜੀ ਭਾਰਤੀ ਦੰਡਾਵਲੀ ਦੀ ਧਾਰਾ, ਜਿਹਨੂੰ IPS ਕਹਿੰਦੇ ਆ ਅਸੀਂ, IPC ਕਹਿੰਦੇ ਆ ਅਸੀਂ, ਜੀ ਉਹਦੇ ਵਿੱਚ ਮੰਤਰੀ ਦਾ ਨਾਮ ਵੀ ਸ਼ਾਮਲ ਹੈ। ਅੱਜ ਉਹਨਾਂ ਦੀ ਉੱਥੇ ਅੰਤਮ ਅਰਦਾਸ ਕੀਤੀ ਗਈ ਸੀ। ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕਰ ਲਿਆ ਸੀ ਕਿ ਮੰਚ ਦੇ ਉੱਤੋਂ ਕਿਸੇ ਸਿਆਸੀ ਆਗੂ ਨੂੰ ਬੋਲਣ ਨਹੀਂ ਦਿੱਤਾ ਜਾਵੇਗਾ, ਜੀ ਪਰ ਸਿਆਸੀ ਆਗੂਆਂ ਨੇ ਉੱਥੇ ਸ਼ਮੂਲੀਅਤ ਕੀਤੀ। ਬਹੁਤ ਸਾਰੇ ਵੱਡੇ ਨਾਂ, ਜਿਨ੍ਹਾਂ ਦੇ ਵਿੱਚੋਂ ਖਾਸ ਕਰ ਬੀਬੀ ਪ੍ਰਿੰਕਾ ਗਾਂਧੀ, ਜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਮੁਖੀ ਮਨਜਿੰਦਰ ਸਿੰਘ ਸਿਰਸਾ, ਜੀ ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਜੇਲ੍ਹ ਮੰਤਰੀ ਉੱਤਰ ਪ੍ਰਦੇਸ਼ ਬਲਵੰਤ ਸਿੰਘ ਰਾਮੂਵਾਲੀਆ, ਜੀ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਵੱਡੇ ਆਗੂ, ਇਹ ਸਾਰੇ ਉੱਥੇ ਅੰਤਮ ਅਰਦਾਸ ਦੇ ਵਿੱਚ ਪਹੁੰਚੇ ਹੋਏ ਸਨ। ਤੁਸੀਂ ਹੈਰਾਨ ਹੋਵੋਗੇ ਕਿ ਜਿਹੜੇ ਉਹ 5 ਸ਼ਹੀਦ ਪਰਿਵਾਰ ਸੀ, ਉਹਨਾਂ ਦਾ ਸਨਮਾਨ ਕੀਤਾ ਗਿਆ। ਜੀ ਐਲਾਨ ਕੀਤਾ ਗਿਆ ਕਿ ਅਸੀਂ ਤੁਹਾਡੇ ਨਾਲ ਹੈ, ਜੀ ਤੁਹਾਨੂੰ ਕੋਈ ਤਕਲੀਫ ਹੋਵੇਗੀ, ਤਕਲੀਫ ਸਾਡੀ ਹੈ। ਜੀ ਉਹ 5 ਦੇ 5 ਪਰਿਵਾਰਾਂ ਦੇ ਮੈਂਬਰ ਮੰਚ ਦੇ ਉੱਤੇ ਬਿਠਾਏ ਹੋਏ ਸਨ, ਜੀ ਔਰ ਬਹੁਤ ਸਾਰੇ ਹੀ ਕਿਸਾਨ ਆਗੂਆਂ ਨੇ ਉੱਥੇ ਸੰਬੋਧਨ ਕੀਤਾ। ਜੀ ਦਿਲਚਸਪ ਗੱਲ ਇਹ ਹੈ ਕਿ ਮਾਣਯੋਗ ਸਰਵਉੱਚ ਅਦਾਲਤ ਸੁਪਰੀਮ ਕੋਰਟ ਜੀ ਦੇ ਸੀਨੀਅਰ ਵਕੀਲ ਸ਼੍ਰੀ ਭਾਨੂ ਪ੍ਰਤਾਪ ਨੇ ਵੀ ਉੱਥੇ ਸੰਬੋਧਨ ਕੀਤਾ। ਜੀ ਉਹਨਾਂ ਨੇ ਕਿਸਾਨਾਂ ਨੂੰ ਤੇ ਜਿਨ੍ਹਾਂ ਦੇ ਲੋਕਾਂ ਦੇ ਕੋਲੇ ਉਹ ਮੋਬਾਈਲ ਤੇ ਬਾਕੀ ਸਾਰਾ ਕੁਝ, ਉਹਨਾਂ ਨੂੰ ਆਖਿਆ ਗਿਆ ਹੈ ਕਿ ਸਬੂਤ ਦੇ ਵਜੋਂ ਤੁਸੀਂ ਇਹ ਸਾਂਭ ਕੇ ਰੱਖਿਓ, ਜੀ ਤਾਂ ਕਿ ਅਦਾਲਤ ਦੇ ਵਿੱਚ ਕਿਸੇ ਵੇਲੇ ਵੀ ਇਹਦੀ ਜਾਂਚ ਹੋਵੇਗੀ, ਇਹਦੀ ਗਾਂ ਫੋਰੈਂਸਿਕ ਜਾਂਚ ਵੀ ਹੋਵੇਗੀ। ਮੈਂ ਸੰਯੁਕਤ ਕਿਸਾਨ ਮੋਰਚੇ ਨੂੰ ਬੇਨਤੀ ਕਰਦਾ ਕਿ ਕੇਂਦਰੀ ਮੰਤਰੀ ਦਾ ਸਪੁੱਤਰ ਅੰਦਰ ਹੋਵੇ, ਉਹ ਕੇਂਦਰੀ ਮੰਤਰੀ ਚੁੱਪ ਕਰਕੇ ਨਹੀਂ ਬੈਠੇਗਾ। ਜਦੋਂ ਤੁਸੀਂ ਪਾਸੇ-ਆਸੇ ਹੋ ਗਏ, ਅਜੇ ਵੀ ਕਈ ਜ਼ਖਮੀ ਆਪਣਾ ਪਹਿਚਾਣ ਦੱਸਣ ਨੂੰ ਤਿਆਰ ਨਹੀਂ, ਉਹਨਾਂ ਨੂੰ ਧਮਕਾਇਆ ਤੇ ਦਬਾਇਆ ਜਾ ਰਿਹਾ ਹੈ ਜੀ ਵੀ ਤੁਸੀਂ ਗਵਾਹੀ ਨਹੀਂ ਦੇਣੀ। ਇਹਦੀ ਗਰੰਟੀ ਕੌਣ ਲਵੇਗਾ ਕਿ ਇਹ ਜਿਹੜੇ ਮੋਬਾਈਲ ਵਗੈਰਾ ਨੇ? ਬਿਹਤਰ ਤਾਂ ਇਹ ਹੈ ਕਿ ਇਹਨਾਂ ਨੂੰ ਜਾਂ ਤਾਂ ਕਿਸਾਨ ਮੋਰਚੇ ਦੇ, ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਨੇ, ਜੀ ਉਹਨਾਂ ਦੇ ਕੋਲ ਇਹਨੂੰ ਪਹੁੰਚਾ ਦਿੱਤਾ ਜਾਵੇ, ਜਾਂ ਭਾਨੂ ਪ੍ਰਤਾਪ ਜੀ ਵਰਗੇ ਵਕੀਲਾਂ ਕੋਲੇ ਇਹਨੂੰ ਸਾਂਭ ਦਿੱਤਾ ਜਾਵੇ, ਜਿੱਥੇ ਇਹਨਾਂ ਨਾਲ ਛੇੜਛਾੜ ਨਾ ਕੀਤੀ ਜਾ ਸਕੇ। ਜੀ ਭਾਨੂ ਪ੍ਰਤਾਪ ਹੋਰਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਇਹ ਚੱਲਦਾ ਹੈ ਮਾਮਲਾ, ਜੀ ਜਾਂਚ ਦਾ ਕਰੀ ਜਾਣ ਦਿਓ ਇਹਨਾਂ ਨੂੰ ਜਾਂਚ। ਜਦੋਂ ਇਹ ਕੇਸ ਦੋਸ਼ ਪੱਤਰ ਅਦਾਲਤ 'ਚ ਸੌਂਪਿਆ ਗਿਆ ਤਾਂ ਮਾਣਯੋਗ ਸਰਵਉੱਚ ਅਦਾਲਤ ਦੇ ਵਿੱਚ ਇੱਕ ਦਰਖਾਸਤ ਦੇ ਕੇ ਇਸ ਕੇਸ ਦਾ ਜਿਹੜੀ ਸੁਣਵਾਈ ਹੈ, ਟ੍ਰਾਇਲ ਹੈ, ਉਹਨੂੰ ਯੂਪੀ ਦੀ ਥਾਂ ਤੇ ਕਿਤੇ ਹੋਰ ਭਾਵੇਂ ਦਿੱਲੀ 'ਚ ਹੀ ਤਬਦੀਲ ਕਰਾ ਲਿਆ ਜਾਵੇ, ਜੀ ਕਿਉਂਕਿ ਇੱਥੇ ਕੁਝ ਵੀ ਹੋ ਸਕਦਾ ਹੈ। ਜਿਹੜਾ ਜੋਗੀ ਪੁਰਸ਼ ਉੱਥੇ ਬੈਠਾ ਹੈ, ਉਹਦੀ ਪੁਲਿਸ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਤੇ ਰੰਗ ਚੜ੍ਹ ਜਾਂਦਾ, ਉਹ ਰਾਜਪੂਤ ਜ਼ਿਆਦਾ ਨਹੀਂ। ਜੀ ਸੋ ਉਹਨਾਂ ਨੇ ਇਹ ਅਪੀਲਾਂ ਕੀਤੀਆਂ। ਇਸ ਤੋਂ ਇਲਾਵਾ ਅੱਜ ਉੱਥੇ ਫੇਰ ਰਕੇਸ਼ ਟਕੈਤ, ਰਾਜੇਵਾਲ ਸਾਹਿਬ ਤੇ ਹੋਰਨਾਂ ਨੇ ਦੁਬਾਰਾ ਐਲਾਨ ਕਰ ਦਿੱਤਾ। ਜੀ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਪ੍ਰੋਗਰਾਮ ਨੇ 15 ਅਕਤੂਬਰ ਤਰਾਈ ਦੇ ਵਿੱਚ ਉਹਨਾਂ ਨੇ ਛੋਟ ਦਿੱਤੀ ਹੈ ਕਿ ਅਸੀਂ ਦੁਸਹਿਰੇ ਵਾਲੇ ਦਿਨ ਪੂਰੇ ਹਿੰਦੁਸਤਾਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ
ਪੁਤਲੇ ਫੂਕਾਂਗੇ। ਜੀ 18 ਅਕਤੂਬਰ ਨੂੰ 10 ਤੋਂ 4 ਵਜੇ ਤੱਕ 6 ਘੰਟੇ ਰੇਲਾਂ ਰੁਕੀਆਂ ਜਾਣਗੀਆਂ ਪੂਰੇ ਦੇਸ਼ 'ਚ। ਜੀ 26 ਅਕਤੂਬਰ ਨੂੰ ਲਖਨਊ ਦੇ ਵਿੱਚ ਮਹਾਪੰਚਾਇਤ ਹੋਵੇਗੀ। ਜੀ ਅੱਜ ਤੋਂ ਹੀ ਲਗਭਗ 80 ਕਲਸ ਲੈ ਕੇ ਵੱਖ-ਵੱਖ ਰਾਜਾਂ ਨੂੰ ਕਿਸਾਨਾਂ ਦੇ ਆਗੂ ਰਵਾਨਾ ਹੋਣਗੇ। ਜੀ ਵੱਖ-ਵੱਖ ਥਾਵਾਂ ਦੇ ਉੱਤੇ ਜਾ ਕੇ ਉਹਨਾਂ ਕਲਸ ਦੀ ਯਾਤਰਾ ਕੱਢੀ ਜਾਵੇਗੀ। ਯਾਤਰਾ ਕੱਢਣ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਉੱਤੇ ਲਿਜਾ ਕੇ ਉਹਨਾਂ ਦਾ ਜਲ ਪ੍ਰਵਾਹ ਕੀਤਾ ਜਾਵੇਗਾ। ਜਿਵੇਂ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਹੁੰਦਾ ਹੋਇਆ ਇਹ ਕਲਸ ਯਾਤਰਾ 24 ਅਕਤੂਬਰ ਨੂੰ ਹੁਸੈਨੀਵਾਲਾ, ਜਿੱਥੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸੰਸਕਾਰ ਕੀਤਾ ਗਿਆ ਸੀ ਲਾਹੌਰ ਜੇਲ੍ਹ ਤੋਂ ਲਿਆ ਕੇ, ਤੇ ਉਹਨਾਂ ਦੀਆਂ ਅਸਥੀਆਂ ਉਸੇ ਤਰ੍ਹਾਂ ਸਤਲੁਜ ਦੇ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਸਨ। ਜੀ ਇਹ ਯਾਤਰਾ ਹੁਸੈਨੀਵਾਲਾ ਤੱਕ ਪਹੁੰਚ ਕੇ, ਜਿੱਥੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਦੇ ਜੀ ਯਾਦਗਾਰਾਂ ਬਣੀਆਂ ਹੋਈਆਂ ਨੇ, ਉਹਦੇ ਨੇੜੇ ਹੀ ਸਤਲੁਜ ਵਿੱਚ ਜਲ ਪ੍ਰਵਾਹ ਕਰਨ ਦਾ ਪ੍ਰੋਗਰਾਮ ਹੈ। ਕਿਸਾਨ ਦਾ ਇਹ ਮੋਰਚਾ ਇਸ ਕਲਸ ਯਾਤਰਾ ਨੂੰ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਵੇਗਾ। ਹਰਿਆਣੇ ਵਾਲੇ ਹਰਿਆਣੇ 'ਚ, ਉੱਤਰ ਪ੍ਰਦੇਸ਼ ਦੇ ਸਾਰੇ 70 ਜ਼ਿਲ੍ਹਿਆਂ 'ਚ ਲੈ ਕੇ ਜਾਣਗੇ, ਤੇ ਵੱਖ-ਵੱਖ ਜਿਹੜੇ ਰਾਜ ਨੇ ਉਹਨਾਂ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡਿਊਟੀਆਂ ਲੱਗ ਗਈਆਂ ਨੇ, ਉਹਨਾਂ ਦੀ ਕਲਸ ਯਾਤਰਾ ਲੈ ਕੇ ਜਾਣਗੇ। ਇਹ ਵੀ ਉੱਥੋਂ ਐਲਾਨ ਕਰ ਦਿੱਤਾ। ਔਰ ਐਡਾ ਵੱਡਾ ਸ਼ਮਿਆਨਾ ਲੱਗਿਆ ਉੱਥੇ, ਜੀ ਲੰਗਰ ਲੱਗੇ, ਉਹਦੇ ਵਿੱਚ ਪਰਿਵਾਰ ਤੋਂ ਇੱਕ ਵੀ ਰੁਪਈਆ ਨਹੀਂ ਲਿਆ ਗਿਆ। ਸਮੁੱਚੇ ਸੰਤ, ਮਹਾਤਮਾ, ਧਾਰਮਿਕ ਆਗੂ, ਜੀ ਵੱਖ-ਵੱਖ ਗੁਰੂ ਘਰਾਂ ਨੇ ਉਸ ਲੰਗਰ ਦੇ ਵਿੱਚ ਆਪੋ ਆਪਣਾ ਯੋਗਦਾਨ ਪਾਇਆ। ਉੱਥੇ ਲੰਗਰ ਇੱਕ ਥਾਂ ਨਹੀਂ, ਕਈ ਥਾਂ ਤੇ ਲਾਏ ਗਏ ਸਨ, ਤਾਂ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਇੱਕ ਥਾਂ ਤੇ ਨਾ ਹੋਵੇ। ਵੱਖ-ਵੱਖ ਥਾਵਾਂ ਤੇ ਲੰਗਰ, ਜਿਹੜੇ ਰਸਤਿਆਂ ਦੇ ਵਿੱਚ ਵੀ ਜਿਹੜੇ ਧਾਰਮਿਕ ਸਥਾਨ ਸੀ, ਉਹਨਾਂ ਨੇ ਉਹ ਲੰਗਰ ਲਾਏ ਨੇ। ਔਰ ਜਿਹੜੀ 26 ਨੂੰ ਲਖਨਊ ਮਹਾਪੰਚਾਇਤ ਹੋਣੀ ਹੈ, ਟਕੈਤ ਸਾਹਿਬ ਨੇ ਉਹਦੇ ਵਿੱਚ ਕਹਿਤਾ ਕਿ ਇਹ ਮਹਾਪੰਚਾਇਤ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਹੋਵੇਗੀ। ਤੋ ਉਹ ਮਹਾਪੰਚਾਇਤ ਜਿਹੜੀ ਹੈ ਉਹਦੇ ਵਿੱਚ ਮਤਲਬ ਕਾਫੀ ਵੱਡਾ ਹੋ ਸਕਦਾ ਹੈ। ਉਸ ਦੇ ਵਿੱਚ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਹੈਗਾ ਲੋਕ ਕਿਸਾਨਾਂ ਦੇ ਸ਼ਮੂਲੀਅਤ ਕਰਨ ਦੀ ਖਬਰ ਹੈ। ਜੀ ਟਕੈਤ ਸਾਹਿਬ ਨੇ ਉੱਥੇ ਐਲਾਨ ਕੀਤਾ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਅੱਜ ਵੀ ਯੂਪੀ ਦੇ ਵਿੱਚ ਅਜੇ ਤੱਕਰ ਝੋਨੇ ਦੀ ਖਰੀਦ ਸ਼ੁਰੂ ਨਹੀਂ ਕਰਾ ਸਕੀ। ਇਸੇ ਕਰਕੇ ਉੱਥੋਂ ਵਪਾਰੀ ਮਿਲੀ ਭੁਗਤ ਨਾਲ ਦੂਜੇ ਰਾਜਾਂ ਦੇ ਵਿੱਚ ਲਿਜਾ ਕੇ ਉਸ ਚੀਜ਼ ਨੂੰ ਉਹ ਕਰਦੇ ਨੇ, ਉਸ ਚੀਜ਼ ਨੂੰ ਮਤਲਬ ਦੂਜੇ ਰਾਜਾਂ ਵੱਲ ਲਿਜਾਇਆ ਜਾਂਦਾ ਹੈਗਾ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਵੀ ਕੀਤੀ ਕਿ ਸ਼ੁਰੂ ਕੀਤਾ ਜਾਵੇ। ਨਾਲ ਐਲਾਨ ਕਰ ਦਿੱਤਾ ਕਿ ਜਦੋਂ ਤੱਕ ਮੰਤਰੀ ਦਾ ਅਸਤੀਫਾ ਨਹੀਂ ਆਉਂਦਾ ਜਾਂ ਉਹਨੂੰ ਬਰਖਾਸਤ ਨਹੀਂ ਕੀਤਾ ਜਾਂਦਾ, ਤਾਂ ਸੰਘਰਸ਼ ਇਸੇ ਤਰ੍ਹਾਂ ਹੋਰ ਵੱਡੀ ਪੱਧਰ ਦੇ ਉੱਤੇ ਜਾਰੀ ਹੋਵੇਗਾ। ਜੀ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਕਿਸਾਨ ਆਗੂ ਰਕੇਸ਼ ਟਕੈਤੀ ਦਾ, ਰਕੇਸ਼ ਟਕੈਤ ਨੇ ਉੱਥੇ ਇੱਕ ਬਿਆਨ ਦਿੱਤਾ ਕਿ ਜਿਹੜਾ ਮੰਤਰੀ ਦੇ ਪੁੱਤਰ ਦਾ ਰਿਮਾਂਡ ਲਿਆ ਗਿਆ ਹੈ, ਇਹ ਉਹ ਪੁਲਿਸ ਰਿਮਾਂਡ ਨਹੀਂ ਜਿਹੜਾ ਆਮ ਲੋਕਾਂ ਲਈ ਹੁੰਦਾ, ਇਹ ਗੁਲਦਸਤਾ ਰਿਮਾਂਡ ਹੈ। ਜੀ ਬਿਲਕੁਲ ਠੀਕ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਇਹ ਤਾਂ ਲਾਲ ਕਾਰਪਟ ਵਿਛਾ ਕੇ ਜੀ ਉਹਦਾ ਰਿਮਾਂਡ ਲਿਆ ਗਿਆ। ਉਹ ਜਿਹੜੀ ਮੈਂ ਗੱਲ ਪਹਿਲਾਂ ਕੀਤੀ ਹੈ ਕਿ ਉਹਨੂੰ ਹੱਥ ਨਹੀਂ ਲਾਉਣਾ, ਉਹਨੂੰ ਕਹਿਣੇ ਕਿ ਸ਼੍ਰੀਮਾਨ ਜੀ ਤੁਸੀਂ ਉੱਥੇ ਗਏ ਸੀ, ਜੇ ਨਹੀਂ ਗਏ ਸੀ ਤਾਂ ਵੀ ਕੋਈ ਨਹੀਂ। ਜੀ ਸੋ ਇਹ ਲੋਕਾਂ ਦੇ ਗਲੇ 'ਚੋਂ ਥੱਲੇ ਨਹੀਂ ਉਤਰ ਰਹੀ। ਮੈਨੂੰ ਲੱਗਦਾ ਜਦੋਂ ਹੁਣ ਇਹ ਦੁਬਾਰਾ 18 ਅਕਤੂਬਰ ਨੂੰ ਇਹ ਸਟੇਟਸ ਰਿਪੋਰਟ ਆਪ ਦੀ ਅਦਾਲਤ ਦੇ ਵਿੱਚ ਪੇਸ਼ ਕਰਨਗੇ, ਸਰਵਉੱਚ ਅਦਾਲਤ, ਮੁੱਖ ਜੱਜ ਵੀਰ ਮੰਨਾ ਸਾਹਿਬ ਦੇ ਸਾਹਮਣੇ, ਉਦੋਂ ਇਹਦੇ ਤੇ ਕੋਈ ਨਾ ਕੋਈ ਜ਼ਰੂਰ ਗੱਲਬਾਤ ਹੋਵੇਗੀ। ਉਹ ਅਦਾਲਤ ਕੀ ਡਾਇਰੈਕਸ਼ਨ ਦਿੰਦੀ ਆ ਅਗਲੀ, ਉਹਦੇ ਤੇ ਨਿਰਭਰ ਕਰਦਾ। ਪਰ ਉਹਨਾਂ ਨੇ ਕਹਿਤਾ ਕਿ ਜਦੋਂ ਤੱਕ ਅਸੀਂ ਮੰਤਰੀ ਨੂੰ ਬਰਖਾਸਤ ਨਹੀਂ ਕਰ ਲੈਂਦੇ, ਇਹ ਗੱਲ ਪ੍ਰਿੰਕਾ ਗਾਂਧੀ ਨੇ ਵੀ ਕਹੀ ਹੈ, ਇਹ ਗੱਲ ਅਖਿਲੇਸ਼ ਯਾਦਵ ਨੇ ਵੀ ਕਹੀ ਹੈ, ਤੇ ਇਹੀ ਗੱਲ ਕਾਂਗਰਸ ਦੇ ਵੱਖ-ਵੱਖ ਰਾਜਾਂ ਦੇ ਆਗੂ, ਸ਼ਿਵ ਸੈਨਾ ਦੇ ਆਗੂ, NCP ਦੇ ਆਗੂ, TMC ਦੇ ਆਗੂ, ਇਹਨਾਂ ਸਾਰਿਆਂ ਨੇ ਕਿਹਾ ਕਿ ਮੰਤਰੀ ਦੇ ਤੁਰੰਤ ਅਸਤੀਫਾ ਦੇਵੇ ਤਾਂ ਇਸ ਜਾਂਚ ਦੇ ਵਿੱਚ ਕੋਈ ਜਿਹੜੀ ਪ੍ਰਕਿਰਿਆ ਉਹ ਸਹੀ ਰੂਪ 'ਚ ਹੋ ਸਕਦੀ ਹੈ। ਜੀ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਰਾਮ ਰਹੀਮ ਦੀ, ਤਾਂ ਰਾਮ ਰਹੀਮ ਉੱਪਰ ਰਣਜੀਤ ਸਿੰਘ ਕਤਲ ਦਾ ਮਾਮਲਾ ਸੀਗਾ ਜਿਹੜਾ ਉਹ ਦਰਜ ਕੀਤਾ ਗਿਆ ਸੀਗਾ, ਜਿਸ ਦੇ ਵਿੱਚ ਅੱਜ ਅਦਾਲਤ ਨੇ ਸਜ਼ਾ ਸੁਣਾਉਣੀ ਸੀਗੀ, ਜਿਹੜੀ ਉਹ ਤਰੀਕ ਅੱਗੇ ਪਾ ਦਿੱਤੀ ਆ, ਉਹ 18 ਅਕਤੂਬਰ ਕਰ ਦਿੱਤੀ ਹੈ। ਜੀ ਦੇਖੋ ਇਸ ਮਾਮਲੇ ਦੇ ਵਿੱਚ ਜਿਹੜਾ ਪੂਰਾ
ਤਿਆਰੀ ਸੀ। ਜੀ 18 ਅਕਤੂਬਰ ਕਿਉਂ ਪਾ ਦਿੱਤੀ ਹੈ ਪਤਾ ਨਹੀਂ, ਇਹਦੇ ਵਿੱਚ ਕਿਉਂ ਕੀ ਕਿਹਾ ਜਾ ਸਕਦਾ ਹੈਗਾ। ਜੀ ਸੋ ਇਸ ਜਿਹੜੀ ਸਜ਼ਾ ਹੈਗੀ ਆ ਉਹ ਹੁਣ 18 ਅਕਤੂਬਰ ਨੂੰ ਹੋਵੇਗੀ, ਪਰ 5 ਬੰਦੇ ਇਹਦੇ ਵਿੱਚ ਦੋਸ਼ੀ ਕਰਾਰ ਦੇ ਦਿੱਤੇ ਜਾ ਚੁੱਕੇ ਨੇ, ਜਿਹਦੇ ਵਿੱਚ ਇੱਕ ਖੁਦ ਗੁਰਮੀਤ ਰਾਮ ਰਹੀਮ ਸਿੰਘ, ਕ੍ਰਿਸ਼ਨ ਲਾਲ, ਜਸਵੀਰ ਸਿੰਘ, ਸ਼ਬਦਲ ਸਿੰਘ ਤੇ ਅਵਤਾਰ ਸਿੰਘ। ਇੱਕ ਵਿਅਕਤੀ ਹੈ ਇੰਦਰ ਸੈਨ, ਉਹਦੀ ਪਿਛਲੇ ਸਾਲ 3 ਅਕਤੂਬਰ ਨੂੰ ਮੌਤ ਹੋ ਗਈ ਸੀ। ਜੀ ਸੋ ਇਸ ਕਰਕੇ ਇਸ ਕੇਸ ਦੇ ਵਿੱਚ ਹੁਣ ਜਿਹੜੀ ਸਜ਼ਾ ਹੈਗੀ ਹੈ, ਇਹਨਾਂ ਨੂੰ ਕਿੰਨੀ ਸਜ਼ਾ ਸੁਣਾਉਣੀ ਆ, ਸਜ਼ਾ ਤੇ ਬਹਿਸ ਅੱਜ ਹੋ ਚੁੱਕੀ ਹੈ। CBI ਵੱਲੋਂ ਇਹਦੇ ਵਿੱਚ ਸਾਡੇ ਪਟਿਆਲੇ ਨਾਲ ਹੀ ਸੰਬੰਧਿਤ ਨੇ ਸੀਨੀਅਰ ਵਕੀਲ HPS ਵਰਮਾ, ਉਹਨਾਂ ਨੇ ਬਹਿਸ ਕੀਤੀ। ਦੂਜੇ ਪਾਸੇ ਜਿਹੜੇ ਉਹਦੇ ਬਚਾਅ ਪੱਖ ਦੇ ਵਕੀਲ ਨੇ ਉਹਨਾਂ ਨੇ ਬਹਿਸ ਕੀਤੀ ਹੈ। ਲੇਕਿਨ ਇਸ ਮਾਮਲੇ ਦੇ ਵਿੱਚ ਹੁਣ ਸਜ਼ਾ ਜਿਹੜੀ ਹੈ ਕਿੰਨੀ ਸੁਣਾਈ ਜਾਣੀ ਹੈ, ਇਹ 18 ਅਕਤੂਬਰ ਨੂੰ ਸੁਣਾਈ ਜਾਵੇਗੀ। ਅੱਜ ਉਹ ਜਿਹੜਾ ਇੰਤਜ਼ਾਰ ਕਰਦਾ ਸੀਗਾ ਕਿ ਕੀ ਹੋਣਾ, ਕਹਿੰਦੇ ਆ ਵੀ ਮਿਊਸ ਹੋਇਆ ਪਿਆ ਸੀ, ਨਾਲੇ ਡਿਮਾਂਡ ਰੱਖ ਰਿਹਾ ਸੀ ਕਿ ਮੈਨੂੰ ਹਨੀਪ੍ਰੀਤ ਨੂੰ ਬੁਲਾਇਆ ਜਾਵੇ। ਮਾਤਾ ਨੂੰ ਮਿਲਣ ਦੀ ਗੱਲ ਤਾਂ ਸਮਝ ਆਉਂਦੀ ਹੈ, ਪਰ ਉਹ ਬਾਰ-ਬਾਰ ਹਨੀਪ੍ਰੀਤ ਦਾ ਨਾਂ ਪਤਾ ਨਹੀਂ ਕਿਉਂ ਜਪੀ ਜਾਂਦਾ ਹੈਗਾ। ਅਜੇ ਵੀ ਉਹਦੇ ਜਿਹੜੇ ਟਪੂਸੀਆਂ ਮਾਰ ਕਰਤੂਤਾਂ ਨੇ ਉਹ ਬਾਜ਼ ਆਉਂਦੀਆਂ ਨਹੀਂ। ਜੀ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਕਿਸਾਨਾਂ ਦੀ, ਤਾਂ ਹਰਿਆਣਾ ਦੇ ਕਿਸਾਨਾਂ ਵੱਲੋਂ BJP ਅਤੇ JJP ਦਾ ਜਿਹੜਾ ਕਈ ਪਿੰਡਾਂ ਵੱਲੋਂ ਜਿਹੜਾ ਬਾਈਕਾਟ ਕਰ ਦਿੱਤਾ, ਪੱਕਾ ਬਾਈਕਾਟ ਕਰ ਦਿੱਤਾ। ਹਰਿਆਣੇ ਦੇ ਐਲਾਹਾਬਾਦ ਪਿੰਡ ਦੇ ਐਲਾਹਾਬਾਦ ਵਿਧਾਨ ਸਭਾ ਹਲਕੇ ਦੇ ਵਿੱਚ ਅਭੈ ਚਟਾਲਾ ਦੇ ਜੀ ਜਿਹੜਾ ਅਸਤੀਫਾ ਦੇਣ ਤੋਂ ਬਾਅਦ ਸੀਟ ਖਾਲੀ ਹੋ ਗਈ ਸੀ, ਉਹਦੇ ਲਈ ਉਪ ਚੋਣ ਹੋ ਰਹੀ ਹੈ, ਜਿਹੜੀ 30 ਅਕਤੂਬਰ ਨੂੰ ਹੋਣੀ ਹੈ। ਜੀ ਵੱਖ-ਵੱਖ ਆਰਦੀਆਂ ਭਾਜਪਾ ਨੇ ਗੋਪਾਲ ਕਾਂਡਾ ਨੂੰ ਪਤਾ ਨਹੀਂ ਉੱਥੋਂ ਲਿਆਂਦਾ ਹੈਗਾ, ਇਸੇ ਤਰ੍ਹਾਂ ਹੋਰ ਪਾਰਟੀਆਂ ਖੜਾ ਕਰਨੀਆਂ। ਲੇਕਿਨ ਉਸ ਖੇਤਰ ਦੇ 80 ਪਿੰਡਾਂ ਦੇ ਵਿੱਚ ਲਿਖ ਕੇ ਲਾਤਾ ਪਿੰਡ ਵਾਸੀਆਂ ਨੇ ਕਿ BJP ਜਾਂ JJP ਦਾ ਕੋਈ ਵੀ ਸੱਜਣ ਇੱਥੇ ਪਿੰਡ 'ਚ ਨਾ ਵੜੇ। ਜੀ ਸੋ ਜੇ ਆਏਗਾ ਤਾਂ ਆਪਣੀ ਜਾਨ ਤਲੀ ਤੇ ਰੱਖ ਕੇ ਆਵੇ। ਇਹ ਵਿਰੋਧ ਕਰਨਾ ਇਹਦਾ ਮੁੱਖ ਕਾਰਨ ਹੈ ਕਿ ਇਸ ਨਰਿੰਦਰ ਮੋਦੀ ਨੇ ਆਪਦੇ ਜਿਹੜੇ ਕਾਰਪੋਰੇਟ ਯਾਰ ਨੇ ਜੀ ਉਹਨਾਂ ਨੂੰ ਮਤਲਬ ਉਹਨਾਂ ਦੇ ਪੱਖ ਵਿੱਚ 3 ਕਾਨੂੰਨ ਬਣਾਤੇ ਜਿਹੜੇ ਦੇਸ਼ ਕਿਸਾਨਾਂ ਦਾ ਭਵਿੱਖ ਖਤਰੇ 'ਚ ਪਾ ਰਹੇ ਨੇ। ਉਸ ਨੂੰ ਮੱਦੇ ਨਜ਼ਰ ਇਹ ਵਿਰੋਧ ਚੱਲ ਰਿਹਾ ਲਗਾਤਾਰ। 10.5 ਮਹੀਨੇ ਇਹਨੂੰ ਹੋ ਚੁੱਕੇ ਨੇ ਔਰ 26 ਨਵੰਬਰ ਨੂੰ ਉੱਥੇ ਗਏ ਸੀ ਉਹ। 25 ਨਵੰਬਰ ਨੂੰ ਇਹਦਾ 1 ਸਾਲ ਪੂਰਾ ਹੋ ਜਾਵੇਗਾ। ਇਸੇ ਤਰ੍ਹਾਂ ਕਿਸਾਨਾਂ ਨੇ 26 ਕਰਕੇ ਹੀ 26 ਤਰੀਕ ਨੂੰ ਉਹਨਾਂ ਨੂੰ 12ਵਾਂ ਮਹੀਨਾ ਲੱਗ ਜਾਏਗਾ, 11 ਪੂਰੇ ਹੋ ਜਾਣਗੇ। ਜਿਹੜੀ ਲਖਨਊ ਮਹਾ ਪੰਚਾਇਤ ਰੱਖੀ ਹੈ ਉਹ ਵੀ 26 ਕਰਕੇ ਹੈ। ਸੋ ਐਲਾਹਾਬਾਦ ਦੇ ਵਿੱਚ ਜਿਹੜੀ ਉਪ ਚੋਣ ਹੋ ਰਹੀ ਹੈ, ਇਹਦੇ ਵਿੱਚ ਵੱਡੀ ਪੱਧਰ ਦੇ ਉੱਤੇ ਇਹਨਾਂ ਦੀ ਵਿਰੋਧਤਾ ਹੋ ਰਹੀ ਹੈ। ਜੀ ਜੇਕਰ ਗੱਲ ਬਿਜਲੀ ਸੰਕਟ ਦੀ ਕੀਤੀ ਜਾਵੇ ਤਾਂ ਬਿਜਲੀ ਸੰਕਟ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਜਿਹੜੇ DC ਦਫ਼ਤਰ ਘੇਰੇ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਸਾਡੀ ਝੋਨੇ ਦੀ ਫਸਲ ਆ ਉਹ ਲਗਾਤਾਰ ਸੁੱਕਦੀ ਜਾ ਰਹੀ ਹੈ ਜੀ, ਸਾਡਾ ਲਾਸਟ ਪਾਣੀ ਸੀਗਾ। ਮੇਰਾ ਖਿਆਲ ਝੋਨੇ ਵਾਲੀ ਓਡੀ ਗੱਲ ਨਹੀਂ ਹੈਗੀ ਜੀ। ਇਹ ਤਾਂ ਨਹੀਂ, ਝੋਨਾ ਤਾਂ ਉਹਨੂੰ ਕਟਾਈ ਹੈ, ਝੋਨਾ ਤਾਂ ਮੰਡੀਆਂ 'ਚ ਆ ਰਿਹਾ ਹੈਗਾ। ਹੁਣ ਝੋਨੇ ਨੂੰ ਕਿਹਨੇ ਪਾਣੀ ਦੇਣਾ ਹੈਗਾ? ਮੈਨੂੰ ਨਹੀਂ ਇਹਦੇ ਤੇ ਲੱਗਦਾ ਵੀ ਝੋਨਾ, ਹਾਂ ਜਿਨ੍ਹਾਂ ਕਿਸਾਨਾਂ ਨੇ ਆਲੂ ਬੀਜਣਾ ਉਹਨਾਂ ਨੇ ਮਤਲਬ ਉਹਨਾਂ ਵਾਸਤੇ ਪਾਣੀ ਦੀ ਜ਼ਰੂਰਤ ਹੈ। ਪੰਜਾਬ ਦੇ ਵਿੱਚ ਜੇ ਤੇ ਘੇਰੇ ਨੇ, ਠੀਕ ਹੈ, ਉਹਨਾਂ ਦਾ ਇੱਕ ਲੋਕਤੰਤਰ ਪ੍ਰਣਾਲੀ ਦੇ ਵਿੱਚ ਸੰਵਿਧਾਨਕ ਹੱਕ ਹੈ, ਉਹ ਘੇਰ ਸਕਦੇ ਨੇ ਕਿਉਂਕਿ ਬਿਜਲੀ ਮਿਲਣੀ ਚਾਹੀਦੀ ਸੀ। ਪਰ ਇਹ ਬਿਜਲੀ ਦਾ ਸੰਕਟ ਸਮੁੱਚੇ ਹਿੰਦੁਸਤਾਨ 'ਚ ਪੈਦਾ ਕੀਤਾ ਗਿਆ ਹੈ। ਲੋਕਾਂ ਦੇ ਵਿੱਚ ਇਹ ਲੱਗਦਾ ਕਿ ਵਾਰ-ਵਾਰ ਕਿਸਾਨਾਂ ਦੇ ਅੰਦੋਲਨ ਤੋਂ ਭਟਕਾਉਣ ਵਾਸਤੇ ਕੇਂਦਰ ਸਰਕਾਰ ਵਾਲੇ ਕਈ ਕੁਝ ਹੱਥਕੰਡੇ ਵਰਤਾ ਰਹੇ ਨੇ। ਕੋਲੇ ਦਾ ਪ੍ਰਬੰਧ ਹੋਣਾ ਚਾਹੀਦਾ ਸੀ। ਮੌਜੂਦਾ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਆਪਦੇ ਹੱਥ ਪੈਰ ਮਾਰ ਰਹੀ ਹੈ। ਇਹਦਾ ਜਿਹੜਾ ਦੋਸ਼ ਉਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਜਾਂਦਾ। ਇਹ ਸਰਕਾਰ ਨੂੰ ਤਾਂ ਅਜੇ 20 ਦਿਨ ਹੋਏ ਨੇ। ਜਿਹੜਾ ਸੰਕਟ ਹੈ ਉਹ ਪਿਛਲੇ ਸਮੇਂ ਦਾ ਚੱਲ ਰਿਹਾ ਹੈਗਾ। ਜਿਹੜੇ ਨਿੱਜੀ ਤਾਪ ਬਿਜਲੀ ਘਰ ਹੈ ਉਹਨਾਂ ਦੇ ਨਾਲ ਜਿਹੜਾ ਅਕਾਲੀ ਭਾਜਪਾ ਸੌਦਾ ਮਾਰਗੀ ਸਮਝੌਤਾ ਕਰਕੇ ਤਲਵੰਡੀ ਸਾਬੋ ਦਾ 6 ਮਹੀਨੇ ਹੋ ਗਏ, ਅਜੇ ਤੱਕ ਇੱਕ ਯੂਨਿਟ ਚੱਲ ਨਹੀਂ ਰਿਹਾ। ਉਹਨੂੰ ਤੁਸੀਂ ਕੋਈ ਜੁਰਮਾਨਾ ਨਹੀਂ ਕਰ ਸਕਦੇ। ਜੋ ਸਮਝੌਤਾ ਦੱਸ ਰਿਹਾ ਹੈਗਾ, ਬਿਜਲੀ ਬੋਰਡ ਦੇ ਸਾਬਕਾ ਅਧਿਕਾਰੀ ਇਹਦੇ ਤੇ ਬਹੁਤ ਕੁਝ ਦੱਸ ਰਹੇ ਨੇ, ਮੌਜੂਦਾ ਅਧਿਕਾਰੀ ਵੀ ਦੱਸ ਰਹੇ ਨੇ। ਚਾਹੀਦਾ ਤਾਂ ਇਸ ਪੱਤਰ ਦਿੱਤਾ ਜਾਵੇ, ਲੇਕਿਨ ਕਿਸਾਨਾਂ ਨੂੰ ਨਹੀਂ, ਸਾਰਿਆਂ ਨੂੰ ਬਿਜਲੀ ਦੀ ਜ਼ਰੂਰਤ ਹੈਗੀ ਹੈ।
ਉਹ ਬਿਜਲੀ ਵਾਸਤੇ ਸੋਚਿਆ ਜਾਵੇ। ਇਸ ਵੇਲੇ ਕੋਲਾ ਸੰਕਟ ਪੂਰੇ ਹਿੰਦੁਸਤਾਨ 'ਚ ਪਾਤਾ। ਸਾਡੇ ਤਾਂ 5 ਤਾਪ ਬਿਜਲੀ ਘਰ ਨੇ ਪੰਜਾਬ ਦੇ, 2 ਸਰਕਾਰੀ ਰਹਿ ਗਏ, ਇੱਕ ਦਾ ਭੋਗ ਪਾਤਾ ਇਹਨਾਂ ਨੇ, 3 ਨਿੱਜੀ ਖੇਤਰ ਦੇ, ਤੇ 72 ਤਾਪ ਬਿਜਲੀ ਘਰਾਂ ਦੇ ਵਿੱਚ ਸੰਕਟ ਪੈਦਾ ਹੋਇਆ ਵਾ ਕੋਲੇ ਦਾ। ਕਿਉਂਕਿ ਜਿਹੜੇ ਸੈਂਟਰਲ ਇਲੈਕਟ੍ਰਿਸਿਟੀ ਲਾ ਆ ਉਹਦੇ ਮੁਤਾਬਕ 1 ਮਹੀਨੇ ਦਾ ਕੋਲਾ ਘੱਟੋ ਘੱਟ ਸੰਬੰਧਿਤ ਤਾਪ ਬਿਜਲੀ ਘਰ ਕੋਲੇ ਭੰਡਾਰਨ ਚਾਹੀਦਾ, ਤਾਂ ਜੇ ਸੰਕਟ ਆ ਜਾਵੇ ਉਹ ਸੰਕਟ ਵੇਲੇ ਭੰਡਾਰਨ ਕੋਲੇ ਵਿੱਚੋਂ ਜਿਹੜਾ ਹੈਗਾ ਵਰਤ ਕੇ ਬਿਜਲੀ ਪੈਦਾ ਕੀਤੀ ਜਾ ਸਕੇ। ਇਸ ਹਿੰਦੁਸਤਾਨ ਦੇ ਵਿੱਚ ਹੋਰਨਾਂ ਸਰੋਤਾਂ ਤੇ ਕੰਮ ਨਹੀਂ ਕੀਤਾ ਜਾ ਰਿਹਾ। ਪਰਮਾਣੂ ਬਿਜਲੀ ਘਰ ਬਣਨ ਲੱਗੇ, ਪੰਜਾਬ ਦੇ ਵਿੱਚ ਬਣਨ ਲੱਗਿਆ 2003 ਦੇ ਵਿੱਚ। ਗੁਰਚਰਨ ਸਿੰਘ ਸੋਹਲ ਉਦੋਂ ਪੰਜਾਬ ਦੇ ਚੇਅਰਮੈਨ ਹੁੰਦੇ ਸੀ ਬਿਜਲੀ ਬੋਰਡ ਦੇ। ਇੱਥੇ ਚੰਦ ਲੋਕਾਂ ਨੇ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ, ਜਿਹੜੇ ਮੌਜੂਦਾ ਵੀ ਸੰਸਦ ਨੇ, ਇਹਨਾਂ ਦੇ ਐਸੇ ਘਨ ਭਰੇ ਕਿ ਉਹ ਡਰੋਲੀ ਦੇ ਕੋਲ ਲੱਗਣਾ ਸੀ, ਪਾਤੜਾਂ ਦੇ ਕੋਲ, ਉੱਥੇ ਤੋਂ ਜਬ ਸ਼ਿਫਟ ਹੋ ਕੇ ਹਰਿਆਣੇ ਕੋਲੇ ਚਲਿਆ ਗਿਆ। ਪਰਮਾਣੂ ਤਾਪ ਬਿਜਲੀ ਘਰ ਪਹਿਲਾਂ ਵੀ ਹੈਗੇ ਨੇ, ਰਾਜਸਥਾਨ ਦੇ ਵਿੱਚ ਹੈ, ਯੂਪੀ ਦੇ ਵਿੱਚ ਨਰੋਰਾ ਦੇ ਕੋਲ ਹੈਗਾ, ਉੱਥੇ ਰਾਜਸਥਾਨ ਪਰਮਾਣੂ ਬਿਜਲੀ ਘਰ ਹੈ। ਹੁਣ ਫਤਿਆਬਾਦ ਦੇ ਕੋਲੇ ਉਹ ਬਿਜਲੀ ਲੱਗ ਰਿਹਾ। ਇਹਨਾਂ ਨੇ ਐਸਾ ਰੌਲਾ ਪਾਇਆ, ਜਾਂ ਜਿਹੜੀਆਂ ਧਿਰਾਂ ਨੇ ਕੋਲੇ ਦੇ ਵਿੱਚੋਂ ਦਲਾਲੀਆਂ ਕਰਨੀਆਂ ਨੇ, ਉਹ ਲੋਕਾਂ ਨੇ ਉਹ ਪਰਮਾਣੂ ਬਿਜਲੀ ਘਰ ਇੱਥੇ ਸਥਾਪਿਤ ਨਹੀਂ ਹੋਣ ਦਿੱਤਾ। ਕੀ ਕੈਪਟਨ ਅਮਰਿੰਦਰ ਸਿੰਘ ਜੀ ਦੱਸਣਗੇ ਕਿ ਜਿਹੜਾ ਪਾਤੜਾਂ ਤੋਂ 30 ਕਿਲੋਮੀਟਰ ਦੂਰ ਫਤਿਆਬਾਦ ਦੇ ਵਿੱਚ ਪਰਮਾਣੂ ਬਿਜਲੀ ਘਰ ਹਰਿਆਣੇ 'ਚ ਸਥਾਪਿਤ ਹੋ ਰਿਹਾ ਹੈ, ਉਹ ਜਾਣ ਤੋਂ ਪਹਿਲਾਂ ਚੀਨ ਦੀ ਕੰਧ ਵਰਗੀ ਕੋਈ ਉੱਚੀ ਕੰਧ ਕੱਢ ਗਏ ਵੀ ਜੇ ਉੱਥੇ ਕਿਰਨਾਂ ਬਾਹਰ ਆ ਗਈਆਂ ਉਹ ਪੰਜਾਬ 'ਚ ਨਹੀਂ ਜਾਣਗੀਆਂ, ਰਾਜਸਥਾਨ ਜਾਂ ਦਿੱਲੀ ਨੂੰ ਜਾਣਗੀਆਂ। ਉਹਨਾਂ ਨੇ ਕੰਧ ਕਰਕੇ ਉੱਥੇ ਬੰਦ ਕਰਤੀ ਹੈ। ਸੋ ਰਾਜਨੀਤੀ ਦੇ ਵਿੱਚ ਸਾਰਾ ਕੁਝ ਕੀਤਾ ਜਾ ਰਿਹਾ ਹੈ। ਜੇ ਅੱਜ ਉਹ ਤਾਂ ਪਰਮਾਣੂ ਬਿਜਲੀ ਘਰ ਚੱਲਦਾ ਹੁੰਦਾ 1000 ਮੈਗਾਵਾਟ ਦਾ, ਸਥਿਤੀ ਨਹੀਂ ਸੀ ਆਉਣੀ। ਪਣ ਬਿਜਲੀ ਘਰ ਉਹਨਾਂ ਨੂੰ ਇਗਨੋਰ ਕਰ ਲਿਆ। ਭਾਖੜਾ ਤੇ ਲੱਗਣੇ ਸੀ, ਅੰਤਰਰਾਜੀ CWC ਦੇ ਕੋਲੇ ਕੇਸ ਤੁਰਿਆ ਫਿਰਦਾ ਹੈਗਾ, ਉਹਨੂੰ ਕਢਾਉਣ ਦਾ ਯਤਨ ਨਹੀਂ ਕੀਤਾ ਜਾ ਰਿਹਾ ਹੈਗਾ। ਸੋ ਛੋਟੇ ਸੂਖਮ ਨਹਿਰਾਂ ਦੇ ਉੱਤੇ, ਫੌਲਜ ਦੇ ਉੱਤੇ ਲਾਏ ਜਾ ਸਕਦੇ ਆ, ਉਸ ਪਾਸੇ ਵੱਲ ਕੋਈ ਧਿਆਨ ਨਹੀਂ। ਸੂਰਜੀ ਊਰਜਾ ਬਹੁਤ ਵੱਡਾ ਸਕੋਪ ਹੈ। ਸਿਰਫ 20 ਦਿਨ ਜਦੋਂ ਧੁੰਦ ਪੈਂਦੀ ਹੈ ਜਾਂ ਬਰਸਾਤਾਂ ਪੈਂਦੀਆਂ ਨੇ, ਮਹੀਨਾ ਸਵਾ ਮਹੀਨਾ ਲਾ ਲਓ, 11 ਮਹੀਨੇ ਤੁਹਾਡੇ ਕੋਲੇ ਇੱਥੇ ਧੁੱਪਾਂ ਵਾਧੂ ਨੇ। ਉਸ ਪਾਸੇ ਵੱਲ ਉਹਨਾਂ ਧਿਆਨ ਨਹੀਂ ਦਿੱਤਾ ਜਾ ਰਿਹਾ, ਦੇਣਾ ਚਾਹੀਦਾ ਸੀ। ਸਾਨੂੰ ਅਖੀਰ ਦੇ ਉੱਤੇ ਜਾ ਕੇ ਪਰਮਾਣੂ ਜਿਹੜਾ ਹੈਗਾ ਇਹ ਸਸਤਾ ਪੈਂਦਾ ਹੈ। ਕਿੱਥੇ 45 ਗੱਡੀਆਂ, ਜੇ ਪੰਜਾਬ ਦੇ 5 ਤਾਪ ਬਿਜਲੀ ਘਰਾਂ ਦੀ ਗੱਲ ਕੀਤੀ ਜਾਵੇ ਤਾਂ 15 ਗੱਡੀਆਂ ਰੋਜ਼ ਛਕ ਜਾਂਦੇ ਨੇ। ਇਹ 15 ਗੱਡੀਆਂ ਦਾ ਮਤਲਬ ਕੀ ਹੋ ਗਿਆ? 15 ਇੱਥੇ ਖਾਲੀ ਹੋ ਗਈਆਂ, 15 ਭਰੀਆਂ ਜਾ ਰਹੀਆਂ ਨੇ, 15 ਆ ਰਹੀਆਂ ਨੇ, 15 ਜਾ ਰਹੀਆਂ ਨੇ। 60-70 ਗੱਡੀਆਂ ਰੋਜ਼ ਪੰਜਾਬ ਨੂੰ ਚਾਹੀਦੀਆਂ ਨੇ, ਇਕੱਲੇ ਪੰਜਾਬ ਨੂੰ। ਤੇ ਹੈ ਕਿੰਨੀਆਂ ਨੇ ਰੇਲਵੇ ਡਿਪਾਰਟਮੈਂਟ ਕੋਲੇ? 120-22 ਤੋਂ ਵੱਧ ਨਹੀਂ। ਇਹਨਾਂ ਨੇ ਉਸ ਪਾਸੇ ਵੱਲ ਨਹੀਂ। ਹੁਣ ਨਿੱਜੀ ਖੇਤਰ ਦੇ ਵਿੱਚੋਂ ਰੇਲਵੇ ਡਿਪਾਰਟਮੈਂਟ ਜਿਹੜਾ ਹੈਗਾ ਇਹ ਬਿਜਲੀ ਦੀਆਂ ਜਿਹੜੀਆਂ ਕੋਲਾ ਢੋਣ ਵਾਲੀਆਂ ਗੱਡੀਆਂ ਨੇ ਉਹਦਾ ਉਪਲਬਧਤਾ ਮੰਗੀ ਜਾ ਰਹੀ ਹੈ। ਸੋ ਜੇ ਪਰਮਾਣੂ ਬਿਜਲੀ ਘਰ ਦਾ ਜਿਹੜਾ ਇੱਕ ਡੱਬਾ ਹੈ ਉਹਦੇ ਨਾਲ ਬਹੁਤ ਲੰਬਾ ਸਮਾਂ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਕਿਉਂਕਿ ਪਰਮਾਣੂ ਦੀ ਪੈਨੀਟ੍ਰੇਟਿੰਗ ਪਾਵਰ ਸਭ ਤੋਂ ਜ਼ਿਆਦਾ ਹੈ। ਇਹੋ ਕਾਰਨ ਹੈ ਦੇਸ਼ ਦੇ ਵਿੱਚ ਤੁਸੀਂ ਦੇਖੋ ਕਿ ਸ਼ੁਰੂਆਤੀ ਦੌਰ ਦੇ ਵਿੱਚ ਇੱਥੇ ਭਾਫ ਵਾਲੇ ਰੇਲ ਇੰਜਨ ਹੁੰਦੇ ਸੀ ਜਿਹੜੇ ਕੋਲੇ ਤੇ ਚੱਲਦੇ ਸੀ। ਉਹਨਾਂ ਦੀ ਐਫੀਸ਼ੀਐਂਸੀ ਘੱਟ ਸੀ। ਉਹਨਾਂ ਦੀ ਐਫੀਸ਼ੀਐਂਸੀ ਵਧਾਉਣ ਵਾਸਤੇ ਇੱਥੇ ਡੀਜ਼ਲ ਇੰਜਨ ਲਿਆਂਦੇ ਗਏ। ਉਹਦੀ ਥਾਂ ਦੇ ਉੱਤੇ ਹੁਣ ਬਿਜਲਈ ਇੰਜਨ ਆ ਗਏ ਨੇ ਜਿਨ੍ਹਾਂ ਦੀ ਐਫੀਸ਼ੀਐਂਸੀ ਬਹੁਤ ਜ਼ਿਆਦਾ ਹੈ। ਸੋ ਬਿਜਲੀ ਦੇ ਖੇਤਰ ਵਿੱਚ ਇੱਕ ਕਿਸੇ ਪਟੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ। ਸਾਡਾ ਤਾਂ ਇਹ ਸੀਗਾ ਕਿ ਜਿਹੜੀ ਪਿਛਲੀ ਅਕਾਲੀ ਭਾਜਪਾ ਸਰਕਾਰ ਰਹੀ, ਕੇਂਦਰ ਦੇ ਵਿੱਚ ਬੀਜੇਪੀ, ਹਿਮਾਚਲ ਦੇ ਵਿੱਚ ਬੀਜੇਪੀ, ਹਿਮਾਚਲ ਦੇ ਨਾਲ ਹੀ ਸਾਂਝਾ ਸਮਝੌਤਾ ਕਰਾ ਲੈਂਦੇ ਪਣ ਬਿਜਲੀ ਘਰਾਂ ਦਾ। ਅੱਜ ਵੀ ਹਿਮਾਚਲ ਦੇ ਵਿੱਚ 10,000 ਮੈਗਾਵਾਟ ਦੀ ਸਮਰੱਥਾ ਹੈਗੀ ਹੈ। ਜੇ ਉੱਥੇ ਪਣ ਬਿਜਲੀ ਘਰਾਂ ਨੂੰ ਅਪਣਾਇਆ ਜਾਂਦਾ, ਸਾਂਝੇ ਰੂਪ ਦੇ ਵਿੱਚ ਲਾ ਲਿਆ ਜਾਵੇ, ਤਾਂ ਉਹਦੇ ਨਾਲੇ ਤਾਂ ਪ੍ਰਦੂਸ਼ਣ ਤੋਂ ਫਾਇਦਾ, ਨਾਲੇ ਜਿਹੜਾ ਹੈਗਾ ਇਸ ਚੀਜ਼ ਦੇ ਉੱਤੇ ਬੜਾ ਵੱਡਾ ਫਾਇਦਾ ਹੁੰਦਾ ਹੈ ਕਿ ਉਹ ਬਿਜਲੀ ਜਿਹੜੀ ਹੈ ਸਸਤੀ ਪੈਦਾ ਹੁੰਦੀ ਹੈ।
ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ, ਤਾਂ ਉਹਨਾਂ ਵੱਲੋਂ ਲਗਾਤਾਰ ਜਿਹੜੇ ਸਖਤ ਐਕਸ਼ਨ ਲਏ ਜਾ ਰਹੇ ਨੇ, ਜਿਸ ਦੇ ਚੱਲਦਿਆਂ ਹੁਣ ਉਹਨਾਂ ਨੇ ਨਿੱਜੀ ਘਰਾਂ ਦੀਆਂ ਜਿਹੜੀਆਂ ਕਈ ਬੱਸਾਂ ਹੋਰ ਫੜੀਆਂ ਨੇ। ਉਹਨਾਂ ਨੇ ਲਗਾਤਾਰ ਜਦੋਂ ਤੋਂ ਉਹ ਮੰਤਰੀ ਮੰਡਲ ਦੇ ਵਿੱਚ ਆਏ ਨੇ, ਅਜੇ 10 ਦਿਨ ਨਹੀਂ ਹੋਏ, ਉਸ ਬੰਦੇ ਨੇ ਇਹ ਸਾਰੀਆਂ ਜਿਹੜੀਆਂ ਬਿਨਾਂ ਟੈਕਸ ਤੋਂ ਇੱਕ ਨੰਬਰ ਤੇ 4-4 ਬੱਸਾਂ ਚੱਲਣ ਜੀ, ਤਾਂ ਫਿਰ ਜਿਹੜੇ ਮਿਲ ਕੇ ਖੇਡਦੇ ਸੀ ਉਹ ਤਾਂ ਜੱਗ ਜ਼ਾਹਰ ਹੋ ਗਈ ਨਾ ਗੱਲ। ਜੀ, ਜਿਹੜੀ ਗੱਲ ਨਵਜੋਤ ਸਿੰਘ ਸਿੱਧੂ ਦੋਸ਼ ਲਾਉਂਦਾ ਸੀ ਕਿ ਮਿਲ ਕੇ ਖੇਡਦੇ ਨੇ, 75-25 ਖੇਡਦੇ ਨੇ, ਇਹਦਾ ਤਾਂ ਮਤਲਬ 75-25 ਤੋਂ ਵੱਧ ਹੋ ਗਿਆ ਜੀ। 4 ਸਾਲ ਦੇ 4.5 ਸਾਲ 'ਚ ਦੇਖੋ, ਤੇ 10 ਸਾਲ ਪੁਰਾਣਿਆਂ ਦੇ 14.5 ਸਾਲਾਂ ਦੇ ਵਿੱਚ ਕਿੱਡਾ ਵੱਡਾ ਚੂਨਾ ਪੰਜਾਬ ਨੂੰ ਲੱਗਿਆ ਹੈ। ਜੇ ਇੱਕ ਹਫ਼ਤੇ ਦੇ ਵਿੱਚ ਪੰਜਾਬ ਦੇ ਖਜ਼ਾਨੇ ਦੇ ਵਿੱਚ ਕਰੋੜ ਰੁਪਏ ਤੋਂ ਵੱਧ ਆ ਗਿਆ ਤਾਂ 365 ਦਿਨਾਂ 'ਚ ਸੋਚੋ ਕਿੰਨਾ ਆਵੇਗਾ ਜੀ। ਦੂਜਾ, ਦਿੱਲੀ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੈ ਜੀ। ਪੀਆਰਟੀਸੀ ਦੀਆਂ ਬੱਸਾਂ 2018 ਤੋਂ ਬੰਦ ਪਈਆਂ ਨੇ। ਰਾਜੇ ਵੜਿੰਗ ਨੇ ਇੱਕ ਉਹ ਵੀ ਚਿੱਠੀ ਲਿਖਤੀ ਹੈ ਜੀ। ਪੀਆਰਟੀਸੀ ਦੀ ਬੱਸ 680 ਰੁਪਏ ਦੇ ਵਿੱਚ ਪੰਜਾਬ ਤੋਂ ਏਅਰਪੋਰਟ ਤੱਕ ਜਾਂ 700 ਰੁਪਏ ਦੇ ਵਿੱਚ ਜਾਂਦੀ ਹੈ। ਇਹ ਨਿੱਜੀ ਘਰਾਣਿਆਂ ਵਾਲਿਆਂ ਦੀ 3000 ਤੋਂ ਵੱਧ 'ਚ ਜਾਂਦੀ ਹੈ ਜੀ। ਨਿੱਜੀ ਘਰਾਣਿਆਂ ਵਾਲਿਆਂ ਨੂੰ KPS ਦੀ ਕੇਜਰੀਵਾਲ ਦੀ ਖੁੱਲ੍ਹ ਹੈ ਜੀ। ਤੇ ਪੀਆਰਟੀਸੀ ਦੀਆਂ ਬੱਸਾਂ ਦੇ ਚਲਾਨ ਕੱਟੇ ਗਏ, ਫੜ ਕੇ ਅੰਦਰ ਕੀਤੇ ਗਏ। ਤੇ ਫਿਰ ਕੇਜਰੀਵਾਲ ਸਾਹਿਬ ਨੂੰ ਹੁਣ ਆਏ ਨੇ, ਅੱਜ ਦੌਰੇ ਤੇ ਜਲੰਧਰ ਵਿੱਚ ਆਏ ਨੇ ਇੰਡਸਟਰੀਲਿਸਟਾਂ ਨੂੰ ਮਿਲਣ। ਇਹ ਗੱਲ ਸਪਸ਼ਟ ਕਰਕੇ ਜਾਣੀ ਚਾਹੀਦੀ ਹੈ ਕਿ ਪੰਜਾਬ ਦੀਆਂ ਸਰਕਾਰੀ ਬੱਸਾਂ ਤੁਸੀਂ ਕਿਉਂ ਰੋਕੀਆਂ, ਤੇ ਜਿਨ੍ਹਾਂ ਘਰਾਣਿਆਂ ਤੇ ਤੁਸੀਂ ਦੋਸ਼ ਲਾਉਂਦੇ ਹੋ ਕਿ ਇਹ ਪੰਜਾਬ ਦੇ ਟਰਾਂਸਪੋਰਟ ਨੂੰ ਚੱਟ ਗਏ, ਤੇ ਉਹਨਾਂ ਦੀਆਂ ਬੱਸਾਂ ਤੁਹਾਡੇ ਏਅਰਪੋਰਟ ਤੱਕ ਜਾ ਰਹੀਆਂ ਨੇ, ਇਹ ਕਿਉਂ ਜਾ ਰਹੀਆਂ ਨੇ, ਇਹਦੇ ਬਾਰੇ ਕੇਜਰੀਵਾਲ ਸਾਹਿਬ ਨੂੰ ਵੀ ਕੁਝ ਗੱਲ ਸਪਸ਼ਟ ਕਰਕੇ ਜਾਣੀ ਚਾਹੀਦੀ ਹੈ ਜੀ। ਇਸ ਤੋਂ ਇਲਾਵਾ ਜੇਕਰ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਕਸ਼ਮੀਰ ਦੇ ਵਿੱਚ ਅੱਤਵਾਦੀ ਹਮਲਾ ਹੁੰਦਾ, ਜਿਸ ਦੇ ਵਿੱਚ 5 ਜਵਾਨ ਨੇ ਜਿਹੜੇ ਉਹ ਸ਼ਹੀਦ ਹੋ ਜਾਂਦੇ ਨੇ, ਜਿਸ ਦੇ ਵਿੱਚ ਜਿਹੜੇ 3 ਨੇ ਉਹ ਪੰਜਾਬ ਦੇ ਦੱਸੇ ਜਾ ਰਹੇ ਨੇ। ਬਿਲਕੁਲ ਜੀ। ਇਹਨਾਂ ਦੇ ਵਿੱਚੋਂ ਇਹ ਜਿਹੜਾ ਹਮਲਾ ਦੂਜੀ ਵਾਰ ਹੋਇਆ, ਗਿਣ ਮਿਥ ਕੇ ਜਿਹੜਾ ਸਿੱਖਾਂ ਦਾ ਜੀ, ਇਹ ਲੋਕਾਂ ਦੇ ਗਲਾਂ 'ਚ ਉਤਰ ਨਹੀਂ ਰਿਹਾ ਜੀ। ਇਹਦੇ ਤੇ ਬਕਾਇਦਾ ਜਾਂਚ ਹੋਵੇ, ਨਿਰਪੱਖ ਜਾਂਚ ਹੋਵੇ, ਕਿਸੇ ਮਾਣਯੋਗ ਜੱਜ ਤੋਂ, ਸੁਪਰੀਮ ਕੋਰਟ ਦਾ ਜਿਹੜਾ ਨਿਰਪੱਖ ਰਿਹਾ ਹੋਵੇ ਉਹ ਤੋਂ ਜਾਂਚ ਕਰਾਈ ਜਾਵੇ। ਲੋਕਾਂ ਦੇ ਗਲੇ 'ਚੋਂ ਇਹ ਗੱਲ ਥੱਲੇ ਨਹੀਂ ਉਤਰ ਰਹੀ। ਲੋਕ ਇਹ ਕਹਿ ਰਹੇ ਨੇ ਵੀ ਕਿਤੇ ਕਿਸਾਨੀ ਅੰਦੋਲਨ ਨੂੰ ਧਿਆਨ ਭਟਕਣ ਵਾਸਤੇ ਤਾਂ ਨਹੀਂ ਕੋਈ ਸਾਜ਼ਿਸ਼ ਘੜੀ ਜਾ ਰਹੀ। ਜੀ। ਇਹ 3 ਜਵਾਨ ਜਿਹੜੇ ਨੇ ਉਹ ਪੰਜਾਬ ਦੇ ਨੇ। ਇੱਕ ਸੂਬੇਦਾਰ ਜਸਵਿੰਦਰ ਸਿੰਘ, ਜਿਨ੍ਹਾਂ ਨੂੰ ਸੈਨਾ ਮੈਡਲ ਬਹਾਦਰੀ ਦੇ ਵਿੱਚ ਮਿਲਿਆ ਸੀ, ਇਹਨਾਂ ਦਾ ਪਿੰਡ ਹੈ ਮਾਨਾ ਤਲਵੰਡੀ, ਕਪੂਰਥਲੇ ਦੇ ਵਿੱਚ। ਨਾਇਕ ਮਨਦੀਪ ਸਿੰਘ, ਇਹਨਾਂ ਦਾ ਪਿੰਡ ਹੈ ਘਣੀ ਕੇ ਬਾਂਦਰ ਦੇ ਕੋਲ ਚੱਠਾ, ਗੁਰਦਾਸਪੁਰ 'ਚ। ਜੀ। ਸਿਪਾਹੀ ਗੱਜਨ ਸਿੰਘ, ਇਹਨਾਂ ਦਾ ਪਿੰਡ ਹੈ ਪਸ਼ਰੰਦਾ, ਰੋਪੜ ਜ਼ਿਲ੍ਹੇ ਦੇ ਵਿੱਚ। ਇਹਦਾ ਵਿਆਹ ਵੀ ਅਕਤੂਬਰ 'ਚ ਹੀ ਹੋਇਆ ਸੀ ਪਿਛਲੇ ਸਾਲ, ਅਜੇ ਸਾਲ ਕੀ ਹੋਇਆ ਹੈ। ਜੀ। ਤਾਂ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਸਰਕਾਰ ਵੱਲੋਂ ਚਰਨਜੀਤ ਸਿੰਘ ਚੰਨੀ ਹੋਰਾਂ ਨੇ 50-50 ਲੱਖ ਇਹਨਾਂ ਨੂੰ ਸਹਾਇਤਾ ਤੇ ਇੱਕ ਸਰਕਾਰੀ ਨੌਕਰੀ ਦਾ ਐਲਾਨ ਕਰ ਦਿੱਤਾ। ਕੋਈ ਜਿਹੜਾ ਬੰਦਾ ਚਲਿਆ ਗਿਆ ਉਹਦਾ ਘਾਟਾ ਤਾਂ ਨਹੀਂ ਪਰਿਵਾਰ ਨੂੰ ਕਦੇ ਪੂਰਾ ਹੁੰਦਾ। ਜੇ ਆਪਾਂ ਕਹੀਏ ਕਿ ਗੱਜਨ ਸਿੰਘ ਦੀ ਪਤਨੀ ਨੂੰ ਗੱਜਨ ਸਿੰਘ ਦੇ ਜਾਨ ਦਾ ਘਾਟਾ ਕਦੇ ਪੂਰਾ ਹੋ ਜਾਏਗਾ, ਉਹ ਤਾਂ ਕਦੇ ਵੀ ਨਹੀਂ ਸੋਚਿਆ ਜਾ ਸਕਦਾ। ਪਰ ਪਰਿਵਾਰ ਨੂੰ ਜਦੋਂ ਸਰਕਾਰਾਂ ਹੁੰਦੀਆਂ, ਪਹਿਲਾਂ ਆਮ ਤੌਰ ਤੇ ਇਹਨਾਂ ਸ਼ਹੀਦਾਂ ਪਰਿਵਾਰ ਨੂੰ ਬਹੁਤ ਨਵਗੁਣੀ ਜੀ ਰਕਮ ਦਿੰਦੇ ਹੁੰਦੇ ਸੀ। ਹੁਣ ਜੇ ਇਹ ਰਕਮ ਦਿੱਤੀ ਹੈ, ਇਹ ਕੇਂਦਰ ਸਰਕਾਰ ਨੂੰ ਵਧਾਉਣਾ ਚਾਹੀਦਾ ਹੈ। ਕੇਂਦਰ ਸਰਕਾਰ ਦੇ ਇਹ ਛਾਤਰ ਲੋਕ ਇਹ ਦੱਸਣ ਕਿ ਪੰਜਾਬ ਦੇ ਲੋਕ ਅੰਨ ਪਾਣੀ ਢਿੱਡ ਭਰਨ ਦੇ ਵਿੱਚ ਵੀ ਮੋਹਰੀ, ਰੱਖਿਆ ਕਰਨ ਦੇ ਵਿੱਚ ਵੀ ਮੋਹਰੀ। ਇੱਕ ਮੁੰਡਾ ਜਿਹੜਾ ਹੈਗਾ ਉਹ ਯੂਪੀ ਦਾ, ਉਹ ਵੀ ਸਿੱਖ ਹੈ। ਇੱਕ ਬਾਹਰਲਾ, 5 ਟੋਟਲ ਉੱਥੇ ਕੱਲ ਇਹ ਜਿਹੜੇ ਸ਼ਹੀਦ ਹੋਏ ਨੇ। ਇਹਨਾਂ ਨੂੰ ਸਾਡਾ ਸਿਰ ਝੁਕਦਾ ਹੈ। ਔਰ ਜਿਹੜਾ ਸਰਕਾਰ ਨੇ ਤੁਰੰਤ, ਪੰਜਾਬ ਸਰਕਾਰ ਨੇ ਉਹਨਾਂ ਵਾਸਤੇ ਐਲਾਨ ਕੀਤਾ, ਇਹ ਇੱਕ ਚੰਗੀ ਗੱਲ ਹੈ। ਪਰਿਵਾਰ ਦਾ ਢਾਰਸ ਜ਼ਰੂਰ ਰਾਸ਼ੀ ਬਣ ਜਾਂਦੀ ਹੈ। ਐਡੀ ਵੱਡੀ ਰਕਮ ਦੇ ਵਿੱਚ ਜੇ ਮੰਥਲੀ ਕੁਝ ਕੀਤਾ ਜਾਵੇ ਤਾਂ ਕਾਫੀ ਇਹਦਾ ਹੈਗਾ। ਸਰਕਾਰ ਨੇ ਚੰਗਾ ਕੰਮ ਕੀਤਾ। ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਮੀਡੀਏਟ ਵਾਰਸ ਹੈ ਉਹ ਤਾਂ ਉਹ ਲੜਕੀ ਹੈ, ਜਿਹੜੀ ਉਹਦੀ ਘਰਵਾਲੀ ਸੀ, ਉਹਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਤਾਂ ਸਮਝ ਸਕਦੇ ਹਾਂ ਕਿ ਗੁਜ਼ਾਰਾ ਕਰਨਾ ਸੌਖਾ ਹੋ ਜਾਂਦਾ ਹੈ। ਪਰ ਜਿਹੜੇ ਛੱਡ ਕੇ ਚਲੇ ਗਏ ਉਹਨਾਂ ਦਾ ਵਿਛੋੜਾ ਕਦੇ ਵੀ ਪਰਿਵਾਰ ਨੂੰ, ਉਹਨਾਂ ਦਾ ਘਾਟਾ ਕਦੇ ਵੀ ਪਰਿਵਾਰਾਂ ਨੂੰ ਪੂਰਾ ਨਹੀਂ ਹੋ ਸਕਣਾ। ਜੀ। ਇਹ ਸ਼ਹਾਦਤ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਬਿਆਨ ਦਿੱਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹੀ ਹੋਇਆ ਜਿਸ ਦਾ ਮੈਨੂੰ ਡਰ ਸੀਗਾ। ਜੀ। ਉਹ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਅੱਜ ਕੱਲ੍ਹ ਲੋਕ ਕੋਈ ਬਾਹਲਾ ਸੀਰੀਅਸ ਨਹੀਂ ਲੈਂਦੇ। ਜੀ।
ਉਹਨਾਂ ਨੇ ਤਾਂ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਸੀ ਉਦੋਂ ਵੀ ਕਈ ਤਰ੍ਹਾਂ ਦੀਆਂ ਕੀਤੀਆਂ ਸੀ, ਪਰ ਕੈਪਟਨ ਸਾਹਿਬ ਦੀ ਅੱਜ ਕੱਲ੍ਹ ਜਾਰੀ ਅਮਿਤ ਸ਼ਾਹ ਨਾਲ ਜ਼ਿਆਦਾ ਉਹ ਸਲਾਹ ਅਮਿਤ ਸ਼ਾਹ ਨੂੰ ਦੇਣ ਕਿ ਸਰਹੱਦਾਂ ਦੇ ਉੱਤੇ ਜਿਹੜਾ ਕੁਝ ਹੋ ਰਿਹਾ ਇੱਥੇ ਚੌਕਸੀ ਵਰਤੀ ਜਾਵੇ। ਇੱਥੇ ਇਹ ਇੰਨੇ ਚਿਰ ਦਾ ਹੋ ਰਿਹਾ, ਹੱਲ ਕਿਉਂ ਨਹੀਂ ਹੁੰਦਾ? ਕਿੱਥੇ ਕਮੀ ਹੈਗੀ ਹੈ? ਜਿਹੜੀਆਂ ਚੀਜ਼ਾਂ ਗੱਲਬਾਤ ਰਾਹੀਂ ਹੱਲ ਕੀਤੀਆਂ ਜਾ ਸਕਦੀਆਂ ਨੇ, ਇਹ ਕਿੱਥੇ ਕਿੱਥੇ ਗਲਤੀਆਂ ਹੋਈਆਂ ਨੇ? ਮੈਨੂੰ ਲੱਗਦਾ ਕਈ ਮੁੱਦੇ ਇਹਨਾਂ ਲੋਕਾਂ ਨੇ, ਰਾਜਸੀ ਲੋਕਾਂ ਨੇ ਇਸ ਤਰ੍ਹਾਂ ਦੇ ਬਣਾ ਲਏ, ਜਿਨ੍ਹਾਂ ਨੂੰ ਜਦੋਂ ਚੋਣਾਂ ਆਉਂਦੀਆਂ ਨੇ, ਹੁਣ ਵੀ ਜੋ 5 ਰਾਜਾਂ ਦੀਆਂ ਚੋਣਾਂ ਨੇੜੇ ਨੇ, ਉਦੋਂ ਫਿਰ ਇਹ ਠਾਹ ਠੂਕ ਕੀਤੀ ਜਾਂਦੀ ਹੈ। ਜੇ ਹੋਰ ਦੱਖਣੀ ਅਫਰੀਕਾ ਤੇ ਉੱਤਰੀ ਅਫਰੀਕਾ ਇਕੱਠਾ ਹੋ ਸਕਦਾ ਹੈ, ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਆ, ਤਾਂ ਇੱਥੇ ਗੱਲਬਾਤ ਕਿਉਂ ਨਹੀਂ ਹੋ ਸਕਦੀ? ਜਿਹੜੇ ਸੁਪਰ ਪਾਵਰਾਂ ਨੇ ਉਹਨਾਂ ਨੂੰ ਵੀ ਸਾਨੂੰ ਇਹਦੇ ਵਿੱਚ, ਅਸਲ ਦੇ ਵਿੱਚ ਜਿਹੜੀ ਸੁਪਰ ਪਾਵਰ ਦੀ ਲੜਾਈ ਆ ਨਾ, ਚੀਨ ਹੋਇਆ, ਅਮਰੀਕਾ ਹੋਇਆ, ਉਹਦੇ ਵਿੱਚ ਜਿਹੜੇ ਦੂਜੇ ਨੇ ਵਿੱਚ ਵਿਚਾਲੇ ਵਾਲੇ ਨੇ ਉਹ ਗੁਲਾਮ ਵਾਂਗੂ ਪਿਸ ਰਹੇ ਨੇ। ਅਸੀਂ ਤਾਂ ਇਹ ਸਮਝਦੇ ਹਾਂ ਕਿ ਇਹ ਮਾਮਲੇ ਦੀ ਗੱਲਬਾਤ ਰਾਹੀਂ ਇਹਨੂੰ ਨਿਬੇੜਿਆ ਜਾਵੇ। ਕਿਹੜਾ ਮਾਮਲਾ ਜਿਹੜਾ ਗੱਲਬਾਤ ਰਾਹੀਂ ਹੱਲ ਨਹੀਂ ਹੁੰਦਾ, ਪਰ ਰਾਜਸੀ ਲੋਕਾਂ ਨੂੰ ਇਹ ਭਾਉਂਦਾ ਨਹੀਂ। ਇਹ ਸਲਾਹ ਜਿਹੜੀ ਹੈ ਕੈਪਟਨ ਸਾਹਿਬ ਉਹਨਾਂ ਨੂੰ ਦੇਣ ਕਿ ਸਰਹੱਦਾਂ ਦੇ ਉੱਤੇ, ਪਿਛਲੇ ਦਿਨਾਂ ਦੇ ਵਿੱਚ ਜਦੋਂ ਚੰਨੀ ਸਾਹਿਬ ਮਿਲ ਕੇ ਆਏ ਨੇ ਗ੍ਰਹਿ ਮੰਤਰੀ ਨੂੰ, ਉਹ ਵੀ ਕਹਿ ਕੇ ਆਏ ਨੇ ਕਿ ਸਰਹੱਦਾਂ ਦੇ ਉੱਤੇ ਹੋਰ ਚੌਕਸੀ ਵਧਾਈ ਜਾਵੇ। ਅੱਜ ਕੱਲ੍ਹ ਤਾਂ ਡਰੋਨ ਵਗੈਰਾ ਦਾ ਕਾਫੀ ਆਧੁਨਿਕ ਤਕਨੀਕਾਂ ਆ ਗਈਆਂ ਨੇ, ਜਿਹਦੇ ਰਾਹੀਂ ਇਹ ਚੌਕਸੀ ਵਧਣੀ ਚਾਹੀਦੀ ਹੈ। ਇਹ ਪੰਜਾਬ ਰਾਹੀਂ ਜਾਂ ਜੰਮੂ ਕਸ਼ਮੀਰ ਇੱਧਰ ਦੀ ਕਿਉਂ ਹੋ ਰਿਹਾ? ਸਰਹੱਦਾਂ ਤਾਂ ਹੋਰਨਾਂ ਰਾਜਾਂ ਦੇ ਵੀ ਨਾਲ ਲੱਗਦੀਆਂ ਨੇ। ਸੋ ਜਿਨ੍ਹਾਂ ਘਰ ਦੇ ਲਾਡਲੇ ਨੌਜਵਾਨ ਚਲੇ ਜਾਂਦੇ ਨੇ, ਉਹਨਾਂ ਦਾ ਦੁੱਖੜਾ ਕਦੇ ਜਾ ਕੇ ਸੁਣਨ ਜੇ ਇਹ ਰਾਜਸੀ ਲੋਕ, ਪਰ ਇਹਨਾਂ ਵਾਸਤੇ ਇਹ ਕੱਖ ਨਹੀਂ। ਉਹਨਾਂ ਨੂੰ ਕੁਰਸੀ ਪਿਆਰੀ ਹੈ, ਭਾਵੇਂ ਸਾਰਾ ਹਿੰਦੁਸਤਾਨ ਮਰ ਜੇ। ਜੀ ਧੰਨਵਾਦ ਜੀ। ਇਹ ਸਨ ਸਾਡੇ ਨਾਲ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ, ਜਿਨ੍ਹਾਂ ਨੇ ਇਹਨਾਂ ਮੁੱਦਿਆਂ 'ਤੇ ਚਰਚਾ ਕੀਤੀ ਹੈ। ਤੇ ਹੁਣ ਦੇਖਣਾ ਇਹ ਹੋਊਗਾ ਕਿ ਜਿਹੜਾ 18 ਅਕਤੂਬਰ ਨੂੰ ਆ, ਅਜੇ ਮਿਸ਼ਰਾ ਜਿਹੜੇ ਉਹਨਾਂ ਦੇ ਬੇਟਾ ਨੇ ਆਸ਼ੀਸ਼ ਮਿਸ਼ਰਾ, ਉਹਨਾਂ ਨੂੰ ਜਿਹੜੀ ਉਹਨਾਂ ਦੀ ਰਿਮਾਂਡ ਆ ਉਹ ਵੀ ਪੂਰਾ ਹੋਵੇਗਾ। ਤੇ ਉੱਧਰ ਰਾਮ ਰਹੀਮ ਦੀ ਜਿਹੜੀ ਸਜ਼ਾ ਦੀ ਸੁਣਵਾਈ ਆ 18 ਨੂੰ ਹੋਣੀ ਹੈ। ਹੁਣ ਦੇਖਣਾ ਇਹ ਹੋਊਗਾ ਕਿ ਅਦਾਲਤ ਇਸ ਉੱਪਰ ਕੀ ਫੈਸਲਾ ਸੁਣਾਉਂਦੀ ਹੈ। ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।